सीएम चेहरा कौन होंगे ਤੁਹਾਡੀ ਪਾਰਟੀ? ਜੇ ਮੈਨੂੰ ਪੁੱਛੋ ਮੈਂ ਤਾਂ ਚੀਫ ਮਿਨਿਸਟਰ ਦੇ ਯੋਗ ਨਹੀਂ, ਮੈਂ ਪ੍ਰਾਈਮ ਮਿਨਿਸਟਰ ਬਣ ਸਕਦਾ ਖਾਲਿਸਤਾਨ ਦਾ ਚੀਫ ਮਿਨਿਸਟਰ ਨਹੀਂ। ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਨਵੀਂ ਪਾਰਟੀ ਫਾਰਮ ਕੀਤੀ ਆ, ਉਹਨਾਂ ਦਾ ਤੁਸੀਂ ਕਿੱਦਾਂ ਦਾ ਫਿਊਚਰ ਦੇਖਦੇ ਹੋ? ਇੱਕ ਮੁਹਾਵਰਾ ਅੰਗਰੇਜ਼ੀ ਦਾ, ਰੋਲਿੰਗ ਸਟੋਨ ਗੈਦਰਸ ਨੋ ਮੌਸ। ਜਿਹੜਾ ਘਰ ਦਾ ਨਾ ਹੋਊਗਾ ਤੇ ਉਹ ਘਾਟ ਦਾ ਕੀ ਹੋਊਗਾ। ਇਹ ਵੀ ਕਹਿੰਦੇ ਆ ਕਿ ਮੈਂ ਲਗਾਤਾਰ ਗੱਲ ਕਰ ਰਿਹਾ ਸੀ ਕੇਂਦਰ ਦੇ ਨਾਲ, ਅਮਿਤ ਸ਼ਾਹ ਨਾਲ ਲਗਾਤਾਰ ਮੇਰੀ ਮੀਟਿੰਗ ਹੋ ਰਹੀ ਸੀਗੀ ਕਿ ਕਿਸਾਨੀ ਜਿਹੜੇ ਬਿੱਲ ਹੈਗੇ ਇਹਨਾਂ ਨੂੰ ਵਾਪਸ ਲਿੱਤਾ ਜਾਵੇ। ਇਹਨਾਂ ਨੂੰ ਕਹੋ ਕਿ ਤੁਸੀਂ ਬਰਗਾੜੀ ਦਾ ਪ੍ਰੋਮਿਸ ਕੀਤਾ ਸੀ ਗੁਟਕਾ ਸਾਹਿਬ ਚੱਕ ਕੇ ਕਿ ਮੈਂ ਅੰਦਰ ਦੇਵਾਂਗਾ, ਤੁਸੀਂ ਕਦੇ ਸਿੱਖਾਂ ਨਾਲ ਗੱਲ ਕੀਤੀ ਹੈ? ਤੁਸੀਂ ਮਹਾਰਾਣੀ ਸਾਹਿਬ ਨਾਲ ਗੱਲ ਕੀਤੀ ਹੈ? ਕਦੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਕਿ ਸਿਰਫ ਸ਼ਾਹ ਨਾਲ ਕੀਤੀ ਹੈ ਤੇ ਮੋਦੀ ਨਾਲ ਕੀਤੀ ਹੈ? ਚੰਨੀ ਸਾਹਿਬ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹੁਣ ਤੱਕ? ਸਾਨੂੰ ਤਾਂ ਇਹੀ ਹੈ ਕਿ ਜੀ ਇਹ ਬਾਦਲ ਨੂੰ, ਸੁਖਬੀਰ ਸਿੰਘ ਤੇ ਸੈਣੀ ਨੂੰ ਤੇ ਜਿਹੜਾ ਬਾਬਾ ਹੈਗਾ ਸਰਸੇ ਵਾਲਾ ਰਾਮ ਰਹੀਮ, ਇਹਨਾਂ ਨੂੰ ਫੌਰਨ ਅਰੈਸਟ ਕਰਕੇ ਚਲਾਨ ਇਹਨਾਂ ਦਾ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ ਹੈ। ਤੇ 3 ਜਿਹੜੇ ਜੱਜ ਹੈ ਸਾਗਵਾਨ, ਬਾਜਾਜ, ਇਹਨਾਂ ਦੀ ਇੰਪੀਚਮੈਂਟ ਦੇ ਲਈ ਮਤਾ ਪਾਸ ਅਸੈਂਬਲੀ ਦੇ ਵਿੱਚ ਕਰਾ ਕੇ ਪਾਰਲੀਮੈਂਟ ਨੂੰ ਭੇਜਣਾ ਚਾਹੀਦਾ ਹੈ। ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਰਾਜ ਕੀਤਾ ਹੈ, ਇਹਨਾਂ ਦਾ ਮਾਡਲ ਹੈ ਕਿ ਇਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਕੋਈ ਸਿੱਖ ਹੀ ਨਹੀਂ ਰੱਖਿਆ ਹੈਗਾ। ਇਹਨਾਂ ਨੂੰ ਤਾਂ ਪਤਾ ਸੁਤਾ ਤਾਂ ਹੈ ਨਹੀਂ, ਐਵੇਂ ਇਹ ਕਹੀ ਜਾਂਦੇ ਆ ਇਹ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ, ਆਹ ਮੁਫਤ ਦੇ ਦਾਂਗੇ, ਆਹ ਮੁਫਤ ਦੇ ਦਾਂਗੇ। ਐਂ ਕੰਮ ਨਹੀਂ ਚੱਲਦਾ, ਅਸੀਂ ਭੁੱਖੇ ਮਰੇ ਲੋਕ ਨਹੀਂ ਹੈ। ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਮੈਂ ਹਾਂ ਆਕਾਂक्षा। ਪੰਜਾਬ ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਪੰਜਾਬ ਦੇ ਵਿੱਚ ਪਾਰਟੀਆਂ ਸਰਗਰਮ ਨੇ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਅੱਜ ਬਠਿੰਡਾ ਵਿਖੇ ਸੂਚੀ ਜਾਰੀ ਕੀਤੀ ਹੈ ਆਪਣੇ ਕੈਂਡੀਡੇਟਸ ਦੀ, ਜੋ ਕਿ ਇਸ ਵਾਰ ਇਲੈਕਸ਼ਨ ਮੈਦਾਨ ਦੇ ਵਿੱਚ ਉਤਰਨਗੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਡਮ। ਕੀ ਟੀਚਾ ਰਹੇਗਾ ਸਰ ਤੁਹਾਡੀ ਪਾਰਟੀ ਦਾ ਜੋ ਇਸ ਵਾਰ ਦੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਲੈ ਕੇ? ਮੈਡਮ, ਦੂਜੀਆਂ ਪਾਰਟੀਆਂ ਦੇ ਕੋਲੇ ਪੰਜਾਬ ਦਾ, ਸਾਊਥ ਏਸ਼ੀਆ ਦਾ, ਇੰਡੀਆ ਦਾ ਕੋਈ ਏਜੰਡਾ ਨਹੀਂ ਹੈ। ਇਹ ਸਮਝਦੇ ਹੈ ਕਿ ਪੰਜਾਬ ਦੇ ਵਿੱਚ ਭੁੱਖ ਮਰੀ ਹੈ, ਕਿਸੇ ਨੂੰ ਕਹਿ ਦਿੰਦੇ 1000 ਰੁਪਈਆ ਦਿਆ ਕਰਾਂਗੇ ਮਹੀਨੇ ਦਾ, ਕਿਸੇ ਨੂੰ ਦਾਲ ਦੇਵਾਂਗੇ, ਕਿਸੇ ਨੂੰ ਰੋਟੀ ਦੇਵਾਂਗੇ। ਪਰ ਜਦੋਂ ਦੀ ਇੰਦਰਾ ਗਾਂਧੀ ਨੇ ਰੋਟੀ, ਮਕਾਨ ਤੇ ਵਾਅਦੇ ਕੀਤੇ ਸੀਗੇ, ਉਸ ਤੋਂ ਬਾਅਦ ਇਹਨਾਂ ਨੇ ਗਰੀਬੀ ਹਟਾ ਹੀ ਨਹੀਂ ਸਕੇ ਹੈਗੇ। ਤੇ ਸਾਡਾ ਪ੍ਰੋਗਰਾਮ ਹੈ ਕਿ ਇਸ ਨੂੰ ਲਿਫਟ ਕਰੀਏ, ਪਾਕਿਸਤਾਨ ਦਾ ਬਾਰਡਰ ਖੋਲ੍ਹੀਏ, ਸਾਡੀ ਟ੍ਰੇਡ, ਸਾਡੇ ਟਰੱਕ, ਸਾਡੀ ਟਰਾਂਸਪੋਰਟ ਉੱਧਰ ਜਾਵੇ, ਸਾਡੇ ਨੌਜਵਾਨ ਬੱਚੇ ਟਰਾਂਸਪੋਰਟ ਦੇ ਵਿੱਚ ਜਾਣ, ਜਿਹੜੇ ਲਾਲੇ ਨੇ ਇਹ ਵਪਾਰ ਵਧਾਉਣ ਆਪਣਾ, ਤੇ ਇੱਥੇ ਖੁਸ਼ਹਾਲੀ ਵਧੇ। ਤੇ ਸਾਡਾ ਜਿਹੜੇ ਨੌਜਵਾਨ ਹੈ ਉਹਨਾਂ ਦੀ ਲਿਖਾਈ ਪੜ੍ਹਾਈ ਜ਼ਰੂਰੀ ਤੇ ਕੰਪਲਸਰੀ ਕਰ ਦੇਣੀ ਹੈ। ਤੇ ਜਦੋਂ 12ਵੀਂ ਪਾਸ ਕਰ ਜਾਣਗੇ, ਜਿਹੜਾ ਬੱਚਾ ਉੱਪਰਲੀ ਤਾਲੀਮ ਨਹੀਂ ਲੈ ਸਕੂਗਾ ਪੈਸੇ ਕਰਕੇ, ਉਸ ਨੂੰ ਵਜ਼ੀਫੇ ਦੇ ਕੇ ਉੱਤੋਂ ਤੱਕ ਪੜ੍ਹਾਵਾਂਗੇ। ਹੈਲਥ ਦਾ ਪੂਰਾ ਅਸੀਂ ਖਿਆਲ ਰੱਖਾਂਗੇ ਪੂਰਾ। ਅੱਜ ਦੇਖੋ ਨਵੀਂ ਬਿਮਾਰੀ ਕੋਵਿਡ ਦੀ ਆ ਗਈ, ਅਜੇ ਤੱਕ ਬੂਸਟਰ ਕਿਸੇ ਨੂੰ ਨਹੀਂ ਲੱਗਿਆ ਹੈਗਾ। ਸੋ ਪੂਰੀ ਤਰ੍ਹਾਂ ਅਸੀਂ ਖਿਆਲ ਰੱਖਾਂਗੇ। ਜਿਹੜੀਆਂ ਬੇਅਦਬੀਆਂ ਹੋਈਆਂ, ਉਹ ਲੋਕ ਵੱਡੇ ਹੋਣ ਛੋਟੇ ਹੋਣ, ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ। ਜਿਹੜੇ ਜੱਜ ਨੇ ਇਹ ਜਿਹੜੇ ਗਲਤ ਫੈਸਲੇ ਕਰਦੇ ਆ, ਜਿਵੇਂ ਸਾਗਵਾਨ ਹੈ, ਸ਼ਕਾਵਤ ਹੈ, ਬਜਾਜ ਹੈ, ਜਿਹੜਾ ਬੇਅਦਬੀ ਦੀ ਤਫਤੀਸ਼ ਦੇ ਵਿੱਚ ਰੁਕਾਵਟ ਪਾ ਰਹੇ ਹੈ, ਇਹਨਾਂ ਦੇ ਖਿਲਾਫ ਅਸੀਂ ਰეკਮੈਂਡ ਪਾਰਲੀਮੈਂਟ ਨੂੰ ਕਰਾਂਗੇ ਕਿ ਇਹਨਾਂ ਦੇ ਖਿਲਾਫ ਇੰਪੀਚਮੈਂਟ ਹੋਏ ਤੇ ਇਹਨਾਂ ਦੇ ਉੱਤੇ ਬਰਖਾਸਤੀ ਦਾ ਹੁਕਮ ਹੋਵੇ ਪਾਰਲੀਮੈਂਟ ਤੋਂ, ਕਿਉਂ ਕਰਕੇ ਮੁਤਸਵੀ ਫੈਸਲੇ ਕਰ ਰਹੇ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਸ ਨੂੰ ਅੱਗੇ ਨਹੀਂ ਜਾਣ ਦਿੰਦੇ ਹੈਗੇ।
ਸੋ ਇਹ ਸਾਰੀ ਚੀਜ਼ ਹੈ। ਲਦਾਖ ਦੇ ਵਿੱਚ ਜਿਹੜੀ 1962 ਤੋਂ ਬਾਅਦ 40,000 ਕਿਲੋਮੀਟਰ ਚੀਨ ਦੀਆਂ ਫੌਜਾਂ ਅੱਗੇ ਵੱਧ ਗਈਆਂ। ਪਿਛਲੇ ਸਾਲ 900 ਕਿਲੋਮੀਟਰ ਸਕੁਅਰ ਅੱਗੇ ਵੱਧ ਗਈਆਂ। ਇਹਦਾ ਵੀ ਅਸੀਂ ਚਾਹੁੰਦੇ ਹਾਂ ਕਿ ਕਿਉਂ ਕਰਕੇ ਇਹ 1834 ਦੇ ਵਿੱਚ ਸਿੱਖਾਂ ਨੇ ਲਦਾਖ ਫਤਿਹ ਕੀਤਾ ਸੀ। ਚੀਨ ਨੂੰ ਤੇ ਇੰਡੀਆ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਇਹ ਕੰਮ ਰੋਕਣਾ ਹੈਗਾ ਤੇ ਸਿੱਖਾਂ ਦੀ ਡੈਲੀਗੇਸ਼ਨ ਜਦੋਂ ਵੀ ਤੁਹਾਡੀ ਗੱਲਬਾਤ ਹੋਵੇ ਉਹਦੇ ਵਿੱਚ ਸਿੱਖ ਉੱਥੇ ਬੈਠਣ। ਤੇ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਰਾਜ ਕੀਤਾ ਹੈ। ਇਹਨਾਂ ਦਾ ਮਾਡਲ ਹੈ ਕਿ ਇਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਕੋਈ ਸਿੱਖ ਹੀ ਨਹੀਂ ਰੱਖਿਆ ਹੈਗਾ। ਤੇ ਇਹ ਸਿੱਖ ਮੈਜੋਰਿਟੀ ਸਟੇਟ ਹੈ। ਇੱਥੇ ਫਿਰ ਸਿੱਖਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰਨਗੇ। 1984 ਦੇ ਵਿੱਚ ਰਾਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਕਤਲੇਆਮ ਕਰਾਈ ਸੀ। ਕੇਜਰੀਵਾਲ ਸਾਹਿਬ ਨੇ ਕੋਈ ਕਮਿਸ਼ਨ ਨਹੀਂ ਤੈਅ ਕੀਤਾ, ਕੋਈ ਉੱਥੇ ਗੱਲ ਨਹੀਂ ਕੀਤੀ ਹੈਗੀ, ਅਸੈਂਬਲੀ ਦੇ ਵਿੱਚ ਮਤਾ ਨਹੀਂ ਪਾਸ ਕੀਤਾ। ਤਾਂ ਮੇਰਾ ਮਤਲਬ ਦਿੱਲੀੋਂ ਆ ਕੇ ਇੱਕ ਆਦਮੀ ਇੱਥੋਂ ਦੇ ਲੋਕਲ ਬੰਦੇ ਫੜ ਕੇ ਉਹ ਕਿਵੇਂ ਸਮਝ ਸਕਦਾ ਹੈ ਕਿ ਇਹ ਬਾਰਡਰ ਦਾ ਸੂਬਾ ਹੈ, ਪਾਕਿਸਤਾਨ ਦੇ ਨਾਲ ਲੱਗਦਾ ਹੈ, ਤੇ ਪਾਕਿਸਤਾਨ ਦੇ ਨਾਲ ਕਿਹੜੀ ਪਾਲਿਸੀ ਅਪਣਾਉਣਗੇ, ਕਿਵੇਂ ਕਰਨਗੇ। ਇਹਨਾਂ ਨੂੰ ਤਾਂ ਪਤਾ ਸੁਤਾ ਤਾਂ ਹੈ ਨਹੀਂ। ਐਵੇਂ ਇਹ ਕਹੀ ਜਾਂਦੇ ਆ ਇਹ 1000 ਰੁਪਏ ਬੀਬੀਆਂ ਨੂੰ ਦੇ ਦਾਂਗੇ, ਆਹ ਮੁਫਤ ਦੇ ਦਾਂਗੇ, ਆਹ ਮੁਫਤ ਦੇ ਦਾਂਗੇ। ਐਂ ਕੰਮ ਨਹੀਂ ਚੱਲਦਾ। ਅਸੀਂ ਭੁੱਖੇ ਮਰੇ ਲੋਕ ਨਹੀਂ ਹੈ। ਸਾਡੇ 'ਚ ਅਣਖ ਹੈ, ਸਾਡੇ 'ਚ ਇੱਜ਼ਤ ਹੈ। ਸਾਡੀ ਧਰਮ ਦੀ ਬੇਅਦਬੀ ਕਰਕੇ ਰੱਖ ਦਿੱਤੀ ਹੈ ਇਹਨਾਂ ਨੇ। ਤੇ ਫਿਰ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ। ਇਹਨਾਂ ਨੇ ਕਦੇ ਵੀ ਸਰਸੇ ਦੇ ਖਿਲਾਫ ਕਿਸੇ ਪਾਰਟੀ ਨੇ ਕੋਈ ਮਤਾ ਨਹੀਂ ਪਾਸ ਕੀਤਾ ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ ਰਾਮ ਰਹੀਮ ਨੇ। ਤਾਂ ਫਿਰ ਇਹ ਕਿਵੇਂ ਨੁਮਾਇੰਦਗੀ ਪੰਜਾਬ ਦੀ ਕਰ ਸਕਦੇ ਹੈ। ਤੇ ਸਾਡੇ ਦਿਲਾਂ ਨੂੰ ਠੰਡ ਕਿਵੇਂ ਪਾਉਣਗੇ ਜੇ ਇਹ ਬਰਗਾੜੀ ਦੀ ਜਿਹੜੀ ਇਹ ਬੇਅਦਬੀ ਹੈ ਉਸ ਦੇ ਲਈ ਇਹਨਾਂ ਦੀ ਕੀ ਇਹ ਪਾਲਿਸੀ ਹੈ, ਕੁਛ ਦੱਸਣ ਤਾਂ ਸਹੀ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਕਰਾਂਗੇ ਤੇ ਇਮਾਨਦਾਰੀ ਨਾਲ ਹੋਊ, ਡਿਸਪਲਿਨ ਨਾਲ ਹੋਊਗਾ, ਸਾਰਿਆਂ ਨਾਲ ਵਰਤਾਵਾ ਇੱਕੋ ਜਿਹਾ ਹੋਊਗਾ। ਤੇ ਜੇ ਬਾਰਡਰ ਖੁੱਲ੍ਹਣਗੇ ਹਿੰਦੂਆਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਫਾਇਦਾ ਉਹਨਾਂ ਨੂੰ ਜ਼ਿਆਦਾ ਹੋਣਾ ਕਿਉਂ ਕਰਕੇ ਉਹ ਟਰੇਡਰਸ ਨੇ, ਵਪਾਰੀ ਨੇ, ਤੇ ਉਹਨਾਂ ਨੇ ਤਾਂ ਆਪਣੀਆਂ ਹੱਟੀਆਂ 'ਚ ਬੈਠ ਕੇ ਪੈਸੇ ਕਮਾਈ ਜਾਣੇ ਆ। ਤੇ ਟਰੱਕ ਤਾਂ ਅਸੀਂ ਚਲਾਉਣੇ ਆ ਇੰਨੀ ਦੂਰ, ਰੂਸ ਤੱਕ, ਚੀਨ ਤੱਕ। ਹੁਣ ਦੇਖੋ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਤੇ ਉਹ ਰੂਸ ਤੋਂ ਮੰਗਾ ਰਹੀ ਹੈ ਤੇ ਇੱਥੇ ਕਣਕ ਰੁਲਦੀ ਫਿਰਦੀ ਹੈ ਕਿ ਨਾਲ ਲੱਗਦਾ ਬਾਰਡਰ ਅਸੀਂ ਕਣਕ ਨਹੀਂ ਭੇਜ ਸਕਦੇ ਹੈਗੇ। ਤੇ ਫਿਰ ਸਾਡੇ ਗੁਰਦੁਆਰੇ ਹੈਗੇ ਹੈ ਜਿੱਥੇ ਲਿਖਿਆ ਖੁੱਲ੍ਹੇ ਦਰਸ਼ਨ ਦੀਦਾਰ। ਅਸੀਂ ਕਹਾਂਗੇ ਕਿ ਸਾਨੂੰ ਪਾਸਪੋਰਟ ਤੇ ਵੀਜ਼ਾ ਨਹੀਂ ਚਾਹੀਦਾ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ। ਸਾਡਾ ਇਤਿਹਾਸ ਉੱਥੇ ਹੈ, ਸਾਡਾ ਕਲਚਰ ਉੱਥੇ ਹੈ, ਸਾਡੀ ਜ਼ਬਾਨ ਉੱਥੇ ਹੈ, ਸਾਡੀ ਰਾਜਧਾਨੀ ਉੱਥੇ ਹੈ। ਤੇ ਸਾਡੇ ਲਈ ਬਾਰਡਰ ਕਿਉਂ ਬੰਦ ਕੀਤੇ ਹੋਏ ਹੈ? ਤੇ ਇਹ ਸਾਰਾ ਕੁਛ ਨੌਨ ਪੰਜਾਬੀਆਂ ਨੇ ਕੀਤਾ ਕਿਉਂ ਕਰਕੇ 1947 ਦੀ ਜਿਹੜੀ ਵੰਡ ਹੈ ਪੰਜਾਬ ਦੀ ਉਹ ਨਹਿਰੂ ਨੇ ਕੀਤੀ ਹੈ ਜਿਹੜਾ ਯੂਪੀ ਤੋਂ ਸੀਗਾ। ਗਾਂਧੀ ਨੇ ਕੀਤਾ ਜਿਹੜਾ ਗੁਜਰਾਤ ਤੋਂ ਸੀਗਾ। ਮਾਊਂਟ ਬੈਟਨ ਨੇ ਕੀਤੀ ਹੈ ਜਿਹੜਾ ਬਲੈਤ ਤੋਂ ਸੀਗਾ। ਜਿਨ੍ਹਾਂ ਨੇ ਕੀਤੀ ਹੈ ਜਿਹੜਾ ਬੰਬੇ ਤੋਂ ਸੀਗਾ। ਮੈਂ ਤਾਂ ਮੁਸਲਮਾਨ, ਹਿੰਦੂ, ਸਿੱਖ, ਈਸਾਈ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਕਿ ਸਾਡੀ ਮੱਤ ਮਾਰੀ ਹੋਈ ਸੀਗੀ ਕਿ ਸਾਡਾ ਤਾਂ ਨੁਮਾਇੰਦਾ ਹੀ ਨਹੀਂ ਤੇ ਸਾਡਾ ਸੂਬਾ ਐਂ ਪਾੜ ਕੇ ਰੱਖਤਾ। ਤੇ ਤੁਸੀਂ ਆਪ ਅੰਤਰ ਧਿਆਨ ਹੋ ਕੇ ਦੱਸੋ ਕਿ 1947 'ਚ ਸਾਡੇ ਸਿੱਖ, ਮੁਸਲਮਾਨ, ਹਿੰਦੂ, ਈਸਾਈ ਜਿਹੜੇ ਲੀਡਰ ਸੀ ਉਹਨਾਂ ਨੂੰ ਢੇਲੇ ਦੀ ਅਕਲ ਸੀਗੀ ਕਿ ਨਹੀਂ? ਮੇਰਾ ਮਤਲਬ ਕਿਸੇ ਗਾਂਧੀ ਦੇ ਜਿਹਨੇ ਦੇ ਮਗਰ ਲੱਗ ਕੇ ਸਾਡਾ ਸੂਬਾ ਹੀ ਅੱਧਾ ਕਰਤਾ ਇਹ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਠੀਕ ਕਰਾਂਗੇ। ਸਰ, ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬੀਆਂ ਦੀ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ ਔਰ 27 ਸਾਲ ਪੁਰਾਣੀ ਪਾਰਟੀ ਹੈ। ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਚੰਗੇ ਵੱਡੇ ਚਿਹਰੇ ਸੀਗੇ। ਕੀ ਲੱਗਦਾ ਤੁਹਾਨੂੰ ਵੀ ਤੁਸੀਂ ਪਹਿਲਾਂ ਵੀ ਇਲੈਕਸ਼ਨਸ ਜਿਹੜੀਆਂ ਕੰਟੈਸਟ ਕੀਤੀਆਂ ਪਰ ਅਜੇ ਤੱਕ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਜਗ੍ਹਾ ਨਹੀਂ ਬਣਾ ਸਕੇ ਜੋ ਹੋਣੀ ਚਾਹੀਦੀ ਸੀ, ਜੋ ਤੁਹਾਡੇ ਟੀਚੇ ਨੇ, ਜਾਂ ਤੁਸੀਂ ਯੂ ਆਰ ਐਨ ਇੰਟੈਲੀਜੈਂਟ ਲੀਡਰ।
ਤਾਂ ਕਿੱਥੇ ਕਮੀ ਲੱਗਦੀ ਹੈ? ਕਿ ਤੁਹਾਨੂੰ ਐ ਲੱਗਦਾ ਹੈ ਕਿਤੇ ਲੋਕਾਂ ਨੂੰ ਐ ਤਾਂ ਨਹੀਂ ਹੈ ਵੀ ਜੇਕਰ ਤੁਹਾਡੀ ਮੁਕੰਮਲ ਸਰਕਾਰ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ, ਤੇ ਕਿਤੇ ਪੰਜਾਬ ਨੂੰ ਖਾਲਿਸਤਾਨ ਬਣਾ ਦਿੱਤਾ ਜਾਵੇਗਾ, ਕਿਉਂਕਿ ਤੁਸੀਂ ਖਾਲਿਸਤਾਨ ਸਪੋਰਟਰ ਹੋ? ਬਣ ਜੂਗਾ ਤੇ ਇੰਡੀਆ ਨੂੰ ਤੇ ਪੰਜਾਬੀਆਂ ਨੂੰ ਬਹੁਤ ਫਾਇਦਾ ਹੋਊਗਾ। ਕਿਉਂ ਕਰਕੇ ਹਾਂ, ਜਿਵੇਂ ਕਿ ਪਾਕਿਸਤਾਨ ਦੇ ਕੋਲੇ ਪਰਮਾਣੂ ਹਥਿਆਰ ਹੈ, ਇੰਡੀਆ ਦੇ ਕੋਲੇ ਪਰਮਾਣੂ ਹਥਿਆਰ ਹੈ, ਚੀਨ ਦੇ ਕੋਲੇ ਪਰਮਾਣੂ ਹਥਿਆਰ ਹੈ। ਇਹ ਤਿੰਨਾਂ ਦਾ ਇੱਟ ਕੁੱਤੇ ਦਾ ਵੈਰ ਹੈ। ਜੇ ਇਹਨਾਂ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਦੀ ਬਣ ਜੂਗੀ ਬਟ ਉਹੀ ਗੱਲ ਹੈ ਨਾ ਸਰ, ਸੈਕੂਲਰ ਤਾਂ ਨਹੀਂ ਗੱਲ ਰਹੀ ਨਾ। ਜੇਕਰ ਜੇ ਤੁਹਾਡੀ ਪਾਰਟੀ ਆਉਂਦੀ ਹੈ, ਤੁਸੀਂ ਮੁੱਖ ਮੰਤਰੀ ਬਣਦੇ ਹੋ, ਤਾਂ ਪੰਜਾਬ ਤਾਂ ਖਾਲਿਸਤਾਨ ਬਣ ਗਿਆ। ਨਹੀਂ, ਸੈਕੂਲਰ ਕਿਵੇਂ ਨਹੀਂ ਹੋਊਗਾ? ਸੈਕੂਲਰ ਤਾਂ ਅੱਜ ਇੰਡੀਆ ਹੈ ਨਹੀਂਗਾ। ਜਿਵੇਂ ਹੁਣ ਬੱਬਰੀ ਮਸਜਿਦ ਨੂੰ ਢਾਹ ਕੇ ਉਹਦੇ 'ਤੇ ਸੁਪਰੀਮ ਕੋਰਟ ਗੋਗੋਈ ਦੇ ਚੀਫ ਜਸਟਿਸ ਨੇ ਫੈਸਲਾ ਕਰਤਾ ਕਿ ਇਹ ਤਾਂ ਹਿੰਦੂ ਮੰਦਰ ਹੈ। ਦਰਬਾਰ ਸਾਹਿਬ ਨੂੰ 1984 ਦੇ ਵਿੱਚ ਬਰਬਾਦ ਕਰਤਾ, ਸ਼ਹੀਦ ਕਰਤਾ। ਇਹ ਸੈਕੂਲਰ ਮੁਲਕ ਤਾਂ ਹੈ ਨਹੀਂਗਾ। ਹੁਣ ਜਿਹੜੇ 4 ਧਾਮ ਸੜਕ ਬਣ ਰਹੀ ਹੈ, ਉਹ ਤਾਂ ਹਿੰਦੂਆਂ ਦੇ ਤੀਰਥਾਂ ਨੂੰ ਬਣ ਰਹੀ ਹੈ। ਇੰਨਾ ਪੈਸਾ ਖਰਚ ਹੋ ਰਿਹਾ ਹੈ। ਤਾਂ ਮੇਰਾ ਮਤਲਬ ਹੈ, ਤੁਸੀਂ ਕੀ ਸਮਝਦੇ ਹੋ ਕਿ ਸਾਡੀ ਹਿਸਟਰੀ, ਮੈਂ ਸਕਾਲਰ ਹਾਂ ਹਿਸਟਰੀ ਦਾ, ਸਿੱਖਾਂ ਨੇ ਕਿਸੇ ਮਜ਼ਹਬ ਦੀ ਹੱਤਿਆ ਨਹੀਂ ਕੀਤੀ, ਬਰਬਾਦੀ ਨਹੀਂ ਕੀਤੀ। ਪਰ ਹਿਸਟਰੀ ਕਹਿੰਦੀ ਹੈ ਕਿ ਕ੍ਰਿਸਚਨਸ ਨੇ ਵੀ ਨਸਲਕੁਸ਼ੀ ਕੀਤੀ ਹੈ, ਮੁਸਲਮਾਨਾਂ ਨੇ ਵੀ ਕੀਤੀ ਹੈ। 1947 ਤੋਂ ਬਾਅਦ ਹਿੰਦੂਆਂ ਨੇ ਵੀ ਕੀਤੀ ਹੈ। ਤੇ ਹਿੰਦੂਆਂ ਨੇ, ਸ਼ੰਕਰਾਚਾਰਿਆ ਜੀ ਨੇ ਬੁੱਧ ਧਰਮ ਜਿਹੜਾ ਇੱਥੇ ਪੈਦਾ ਹੋਇਆ ਸੀ ਇੰਡੀਆ ਦੀ ਧਰਤੀ ਤੋਂ, ਉਹ ਇੰਡੀਆ ਤੋਂ ਬਾਹਰ ਕੱਢਤਾ ਸੀ। ਤੇ ਜਿਹੜੇ ਜੈਨੀ ਸੀ ਉਹਨਾਂ ਨੂੰ ਵੀ ਖਤਰਾ ਪਾ ਕੇ ਕੰਪਰਮਾਈਜ਼ ਕਰਾਇਆ ਤੇ ਜੈਨੀਆਂ ਨੂੰ ਕਿਹਾ ਕਿ ਜੇ ਤੁਸੀਂ ਸਾਡੇ ਬੁੱਤ ਹਿੰਦੂਆਂ ਦੇ ਮੰਦਰਾਂ 'ਚ ਰੱਖੋਗੇ ਤੇ ਤੁਹਾਨੂੰ ਜਿਉਣ ਦੇਵਾਂਗੇ। ਤੇ ਸਿੱਖਾਂ ਦਾ ਤੁਸੀਂ ਐਵੇਂ ਸ਼ੱਕ ਕਰਦੇ ਹੋ, ਕਿਉਂ ਕਰਕੇ ਅਸੀਂ ਤਾਂ ਤੁਹਾਡੀ ਕੰਟਰੀ ਨੂੰ ਸੇਫ ਰੱਖਿਆ ਹੋਇਆ। ਹੁਣ ਵੀ ਲਦਾਖ ਦੇ ਵਿੱਚ ਜਦੋਂ ਚੀਨ ਨਹੀਂ ਸੀ ਟਲਦਾ, ਫਿਰ ਸਿੱਖ ਫੌਜਾਂ ਭੇਜੀਆਂ। ਉਹਨਾਂ ਦੇ ਅੱਗੇ ਨਿਸ਼ਾਨ ਸਾਹਿਬ, ਸਾਡਾ ਝੰਡਾ, ਉਹਦੇ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੀ, ਉਹਦੇ ਪਿੱਛੇ ਸਿੱਖ ਫੌਜਾਂ ਸੀ। ਉਦੋਂ ਬਾਅਦ ਤਾਂ ਨਹੀਂ ਇਹ 1920 'ਚ ਕੋਈ ਵੀ ਚੀਨ ਦੀ ਅੰਦਰ ਆਈ। ਤਾਂ ਮੇਰਾ ਮਤਲਬ, ਸਾਨੂੰ ਕੀ ਸਮਝਦੇ ਹੋ ਕਿ ਅਸੀਂ ਅਨਸਿਵਲਾਈਜ਼ ਸੈਵੇਜਸ ਔਰ ਕੈਨੀਬਲਸ ਹੈਗੇ ਹਾਂ? ਸਾਡੇ ਕੋਲੇ ਰਾਜ ਰਿਹਾ ਹੈ, ਅਸੀਂ ਕਸ਼ਮੀਰ ਫਤਿਹ ਕਰਕੇ ਦਿੱਤਾ ਹੈ, ਪੰਜਾਬ ਨੂੰ, ਸਿੱਖ ਸਟੇਟ ਨੂੰ, ਅਫਗਾਨਿਸਤਾਨ ਤੋਂ, ਜਿੱਥੇ ਕੋਈ ਵੀ ਰਾਜ ਨਹੀਂ ਕਰ ਸਕਿਆ। ਪਰ ਸਿੱਖਾਂ ਨੇ ਸ਼ਾਹ ਸ਼ੂਜਾ ਬਾਦਸ਼ਾਹ ਅਫਗਾਨਿਸਤਾਨ ਦਾ ਫਤਿਹ ਕਰਕੇ ਕਸ਼ਮੀਰ ਤੇ ਅਫਗਾਨਿਸਤਾਨ, ਉਹਨੂੰ ਪੰਜਾਬ ਦੇ ਵਿੱਚ ਪਨਾਹ ਦਿੱਤੀ। ਸਾਡੀ ਟ੍ਰੇਡ ਫਰਾਂਸ ਦੇ ਨਾਲ ਸੀ। 1834 ਦੇ ਵਿੱਚ ਸਾਡੀ ਟ੍ਰੀਟੀ ਲੂਈ ਨਪੋਲੀਅਨ ਦੇ ਨਾਲ ਹੋਈ। ਸਾਰਾ ਕੁਝ ਹੋਇਆ। ਅਸੀਂ ਅਨਸਿਵਲਾਈਜ਼ ਨਹੀਂ ਹਾਂ ਜਿਵੇਂ ਤੁਸੀਂ ਸਮਝਦੇ ਹੋ। ਨਹੀਂ, ਮੈਂ ਨਹੀਂ ਕਹਿ ਰਹੀ ਤੁਸੀਂ ਅਨਸਿਵਲਾਈਜ਼ਡ ਹੋ, ਬਟ ਜਿੱਦਾਂ ਤੁਹਾਡਾ ਟੀਚਾ ਹਮੇਸ਼ਾ ਖਾਲਿਸਤਾਨ ਦੇ ਲਈ ਤੁਸੀਂ ਆਵਾਜ਼ ਚੁੱਕਦੇ ਰਹੇ ਹੋ ਕਿ ਖਾਲਿਸਤਾਨ ਸਾਨੂੰ ਸੂਬਾ ਮਿਲੇ, ਹੈ ਨਾ। ਤਾਂ ਉਦੋਂ 84 ਦੇ ਵਿੱਚ ਵੀ ਦੇਖੋ ਇਸ ਮਸਲੇ ਦੇ ਪਿੱਛੇ ਕਿੰਨਾ ਕੁਝ ਹੋਇਆ, ਕਿੰਨੀਆਂ ਜਾਨਾਂ ਗਈਆਂ, ਬਹੁਤ ਕੁਝ ਹੋਇਆ, ਹੈ ਨਾ ਜੀ। ਤੁਸੀਂ ਵੀ ਉਦੋਂ ਇਸਤੀਫਾ ਦਿੱਤਾ ਸੀਗਾ, ਤੁਸੀਂ ਏਪੈਕਸ ਚੇਅਰ 'ਤੇ ਸੀ ਉਸ ਟਾਈਮ, ਤੁਸੀਂ IPS ਹੋ, ਹੈ ਨਾ। ਤਾਂ ਤੁਹਾਨੂੰ ਨਹੀਂ ਲੱਗਦਾ ਵੀ ਜੇਕਰ ਤੁਸੀਂ ਮੁੱਖ ਮੰਤਰੀ ਬਣਦੇ ਹੋ ਤਾਂ ਪੰਜਾਬ ਤਾਂ ਖਾਲਿਸਤਾਨ ਦਾ ਹੀ ਰੂਪ ਲਊਗਾ? ਨਾ, ਕਿਵੇਂ? ਮੇਰਾ ਮਤਲਬ ਹੈ, ਜਦੋਂ ਸਾਰੇ ਮਜ਼ਹਬਾਂ ਨੂੰ ਇਕੁਐਲਿਟੀ ਮਿਲੂਗੀ ਤੇ ਫਿਰ ਕਿਵੇਂ ਗੜਬੜ ਹੋ ਸਕਦੀ ਹੈ? ਹੁਣ ਤੁਹਾਨੂੰ ਲੱਗਦਾ ਇਕੁਐਲਿਟੀ ਨਹੀਂ ਹੈ? ਨਹੀਂ, ਇਕੁਐਲਿਟੀ ਹੈਗੀ। ਜਿਵੇਂ ਹੁਣ ਇਸ ਤਰ੍ਹਾਂ ਕਿਉਂ ਲੱਗਦਾ ਸਰ? ਕਿਉਂਕਿ ਪੰਜਾਬ ਦੇ ਵਿੱਚ ਦੇਖੋ ਮੋਸਟਲੀ ਪੰਜਾਬੀ ਫੇਸਿਸ ਰਹੇ CM। ਸ਼ੁਰੂ ਦੇ ਵਿੱਚ ਹਿੰਦੂ CM ਜ਼ਰੂਰ ਸੀਗੇ, ਬਟ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਹੈ ਨਾ, ਮੋਸਟਲੀ ਪ੍ਰਤਾਪ ਸਿੰਘ ਕੈਰੋਂ, ਇਹ ਸਾਰੇ ਸਿੱਖ ਚਿਹਰੇ ਨੇ ਜੋ ਕਿ ਪੰਜਾਬ ਦੇ ਵਿੱਚ CM ਰਹੇ ਨੇ। ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਕਿਤੇ ਨਾ ਕਿਤੇ ਗੁਲਾਮ ਹੈ ਦੇਸ਼ ਦੇ ਵਿੱਚ? ਮੈਡਮ, ਇਹ ਮੈਜੋਰਿਟੀ ਦੇ ਅਸਰ ਰਸੂਖ ਦੇ ਵਿੱਚ ਆ ਜਾਂਦਾ, ਦਬਿਆ ਜਾਂਦਾ। ਸਾਡੇ ਸਿੱਖ ਚੀਫ ਮਿਨਿਸਟਰ ਦਬਾਅ ਦੇ ਥੱਲੇ ਪਾਣੀਆਂ ਦੇ ਮਸਲੇ ਜਿਹੜੇ ਕਨਸਟੀਟਿਊਸ਼ਨਲੀ ਨਹੀਂ ਦੇ ਸਕਦੇ, ਇਹਨਾਂ ਨੇ ਸਾਰਾ ਕੁਝ ਸਾਡੀ ਗੜਬੜ ਕੀਤੀ ਹੈ। ਤੇ ਅੱਜ ਹੀ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਕੋਰਸਪੋਂਡੈਂਟ ਨੇ ਪੁੱਛਿਆ ਹੈ ਕਿ ਇੱਕ DGP ਸਿੱਖ ਨੂੰ ਕੱਢ ਕੇ ਤੇ ਅੱਜ ਹਿੰਦੂ ਲਾਤਾ ਹੈ। ਤੇ ਮੈਂ ਕੀ ਜਵਾਬ ਦਿੱਤਾ ਸੀਗਾ ਤੁਹਾਨੂੰ ਪਤਾ ਹੈਗਾ? ਉਹਨੂੰ ਰਿਕਾਰਡ ਫੇਰ ਕਰਨਾ। ਮੇਰਾ ਮਤਲਬ ਕੋਈ ਵੀ ਫਿਰ ਪਹਿਲੀ ਵਾਰੀ ਇਹ ਜੱਜ SGPC ਦੇ ਕਮਿਸ਼ਨ ਦਾ ਲਾਤਾ ਸੀ ਹਿੰਦੂ। ਤੇ ਮੈਂ ਕਿਹਾ ਸੀ
ਹਿੰਦੂ ਹੋਏ ਸਿੱਖ ਹੋਏ ਉਹਨੇ ਇਨਸਾਫ਼ ਤਾਂ ਮਿਲਣਾ ਇਨਸਾਫ ਦੇਣਾ ਹੈ। ਤੇ ਤੁਸੀਂ ਕਿਉਂ ਰੌਲਾ ਪਾਉਂਦੇ ਹੋ ਕਿ ਇਹ ਹਿੰਦੂ ਹੈ? ਹੁਣ ਮਾਓ ਸੀ ਤੁੰਗ ਤੋਂ ਬਾਅਦ ਡੋਂਗ ਚੀਨ ਦਾ ਪ੍ਰਧਾਨ ਬਣਿਆ। ਜੀ ਉਹਨੇ ਕਾਫੀ ਤਬਦੀਲੀ ਚੀਨ ਦੀ ਇਕਨੋਮੀ ਦੇ ਵਿੱਚ, ਪੋਲਿਟਿਕਸ ਦੇ ਵਿੱਚ ਲਿਆਂਦੀ। ਉਹਨੇ ਆਪਣੇ ਲੋਕਾਂ ਨੂੰ ਕਿਹਾ ਫਿਕਰ ਨਾ ਕਰੋ, ਬਿੱਲੀ ਕਾਲੀ ਹੋਵੇ ਜਾਂ ਚਿੱਟੀ ਹੋਵੇ, ਜਿੰਨਾ ਚਿਰ ਇਹ ਚੂਹਾ ਫੜ ਸਕਦੀ ਹੈ ਤਾਂ ਫਿਰ ਕੋਈ ਵੀ ਬਿੱਲੀ ਹੋ ਸਕਦੀ ਹੈ। ਲੋਕਾਂ ਨੂੰ ਤਾਂ ਇਨਸਾਫ ਚਾਹੀਦਾ ਹੈ। ਜੇ ਹਿੰਦੂ ਦੇ ਦੂਗਾ, ਮੁਸਲਮਾਨ ਦੇ ਦੂਗਾ, ਸਿੱਖ ਦੇ ਦੂਗਾ, ਇਸ ਤਰ੍ਹਾਂ ਦੀ ਸਮਝ ਤੁਹਾਡੇ ਵਿੱਚ ਕਿਉਂ ਨਹੀਂ ਹੈ? ਕਿਉਂ ਸਿੱਖ ਇਹੋ ਜਿਹੀ ਬਰਬਾਦੀ ਕਰਨਗੇ? ਜਿਵੇਂ ਹੁਣ ਤੁਹਾਨੂੰ ਲਦਾਖ 'ਚ ਤਾਂ ਬਚਾ ਕੇ ਆਏ ਹੈ, ਨਹੀਂ ਤਾਂ ਉਹ ਤਾਂ ਤੜਾ ਆ ਰਹੇ ਸੀਗੇ ਚੀਨੀ। ਅੱਛਾ, ਕਿੰਨੀ ਕੁ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਕਿੰਨੀ ਕੁ ਸਪੋਰਟ ਹੈ ਲੋਕਾਂ ਦੀ, ਜਾਂ ਇਸ ਵੇਲੇ ਜਿਹੜੀਆਂ ਇਲੈਕਸ਼ਨਸ ਨੇ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਇਲੈਕਸ਼ਨਸ ਨੂੰ? ਦੈਟ ਇਜ਼ ਯੋਰ ਜੌਬ ਐਜ਼ ਅ ਜਰਨਲਿਸਟ, ਦੈਟਸ ਨਾਟ ਮਾਈ ਜੌਬ। ਤੁਹਾਡਾ ਵੀ ਕੋਈ ਸਰਵੇ ਹੋਣਾ ਹੀ ਆ, ਆਖਿਰ ਤੁਸੀਂ ਇਲੈਕਸ਼ਨ ਲੜ ਤਦੇ ਅਸੀਂ ਅੱਜ 43 ਕੈਂਡੀਡੇਟਸ ਅਨਾਉਂਸ ਕੀਤੇ। ਵੀ ਆਰ ਕੌਨਫੀਡੈਂਟ because the other parties, they can't go into the public, they can't hold rallies, they are shown black flags, ਤੇ ਸਾਰਾ ਕੁਝ ਹੁੰਦਾ। ਉਹ ਤਾਂ ਲੋਕਾਂ ਦੇ ਕੋਲੇ ਪਹੁੰਚ ਨਹੀਂ ਸਕਦੇ ਹੈਗੇ। ਉਹਨਾਂ ਨੂੰ ਪੁੱਛਦੇ ਹੈ ਕਿ ਤੁਸੀਂ ਇੰਨੇ ਸਾਲ ਕੀਤਾ ਕੀ ਹੈ? ਇਹਨਾਂ ਨੇ ਸਵਾਏ ਆਪਣੇ ਹੋਟਲ, ਆਪਣੀ ਬਰਬਾਦੀ, STPC ਦੇ ਇਲੈਕਸ਼ਨਸ ਨਹੀਂ ਕਰਾਏ ਹੈਗੇ। STPC ਨੂੰ ਲੁੱਟੀ ਜਾਂਦੇ ਹੈ, ਪਹਿਲਾਂ ਸਰਕਾਰ ਨੂੰ ਲੁੱਟੀ ਜਾਂਦੇ ਸੀ 10 ਸਾਲ। ਸੋ ਇਹ ਲੁੱਟ ਖਸੁੱਟ ਦੇ ਖਿਲਾਫ ਲੋਕ ਆਪ ਪੁੱਛ ਰਹੇ ਹੈ। ਅਸੀਂ ਤਾਂ ਬਗੈਰ ਕਿਸੇ ਫੌਜ ਤੋਂ, ਕਿਸੇ ਗਨਮੈਨ ਤੋਂ ਤੁਰੇ ਫਿਰਦੇ ਹੈ। ਇਹ ਤਾਂ ਬਾਹਰ ਨਹੀਂ ਨਿਕਲ ਸਕਦੇ। ਫਿਰ ਤੁਸੀਂ ਆਪ ਅੰਦਾਜ਼ਾ ਨਹੀਂ ਲਾ ਸਕਦੇ ਕਿ ਲੋਕਾਂ ਦਾ ਮਨ ਕੀ ਹੈ। ਤੇ ਇਹ ਇੰਨੇ ਕਾਇਰ ਲੋਕ ਹੈ ਕਿ ਇਹ ਲੋਕਾਂ ਕੋਲੇ ਜਾ ਹੀ ਨਹੀਂ ਸਕਦੇ ਹੈਗੇ। ਕਿਸ ਤਰ੍ਹਾਂ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਜੀ ਨੇ ਵੀ ਨਵੀਂ ਪਾਰਟੀ ਫਾਰਮ ਕੀਤੀ ਆ, ਉਹਨਾਂ ਦਾ ਤੁਸੀਂ ਕਿੱਦਾਂ ਦਾ ਫਿਊਚਰ ਦੇਖਦੇ ਹੋ? ਤੁਸੀਂ ਅੰਗਰੇਜ਼ੀ ਬਹੁਤ ਜਾਣਦੇ ਹੋ। ਇੱਕ ਮੁਹਾਵਰਾ ਹੈ ਅੰਗਰੇਜ਼ੀ ਦਾ, ਰੋਲਿੰਗ ਸਟੋਨ ਗੈਦਰਸ ਨੋ ਮੌਸ। ਹੁਣ ਇਹ ਪੰਜਾਬੀ 'ਚ ਲੋਕਾਂ ਨੂੰ ਦੱਸੋ ਕਿ ਕੀ ਮੁਹਾਵਰੇ ਦਾ ਮਤਲਬ ਹੈ? ਇਹ ਤੁਸੀਂ ਹੀ ਦੱਸੋ ਨਾ। ਨਹੀਂ, ਤੁਸੀਂ ਦੱਸੋ ਕਿ ਰਿੜਦਾ ਪੱਥਰ ਦੇ ਨਾਲ ਕੋਈ ਵੀ ਪੱਤਾ ਪੁੱਤਾ ਨਹੀਂ ਲੱਗਦਾ ਹੁੰਦਾ। ਮੁਸ਼ਕਲ ਹੈ ਜੀ ਇਹ। ਇੰਨੀਆਂ ਪਾਰਟੀਆਂ ਬਦਲ ਕੇ ਫਿਰ ਆਪਣਾ ਇਖਲਾਕ ਨਾ ਰੱਖਣਾ ਤੇ ਫੈਮਿਲੀ ਦੀ ਇੱਜ਼ਤ ਘਟਾ ਦੇਣੀ, ਇਹ ਸਾਰੀਆਂ ਚੀਜ਼ਾਂ ਹੈਗੀਆਂ। ਉਹ ਤਾਂ ਇਹ ਵੀ ਕਹਿੰਦੇ ਆ ਕਿ ਮੈਂ ਲਗਾਤਾਰ ਗੱਲ ਕਰ ਰਿਹਾ ਸੀ ਕੇਂਦਰ ਦੇ ਨਾਲ, ਅਮਿਤ ਸ਼ਾਹ ਨਾਲ ਲਗਾਤਾਰ ਮੇਰੀ ਮੀਟਿੰਗ ਹੋ ਰਹੀ ਸੀਗੀ ਕਿ ਕਿਸਾਨੀ ਜਿਹੜੇ ਬਿੱਲ ਹੈਗੇ ਇਹਨਾਂ ਨੂੰ ਵਾਪਸ ਲਿੱਤਾ ਜਾਵੇ। ਉਹ ਵੀ ਕਹਿੰਦੇ ਵੀ ਇਹਦੇ ਵਿੱਚ ਮੇਰਾ ਕੰਟਰੀਬਿਊਸ਼ਨ ਹੈ ਕਾਫੀ। ਇਹਨਾਂ ਨੂੰ ਕਹੋ ਕਿ ਤੁਸੀਂ ਬਰਗਾੜੀ ਦਾ ਪ੍ਰੋਮਿਸ ਕੀਤਾ ਸੀ ਗੁਟਕਾ ਸਾਹਿਬ ਚੱਕ ਕੇ ਕਿ ਮੈਂ ਅੰਦਰ ਦੇਵਾਂਗਾ। ਤੁਸੀਂ ਕਦੇ ਸਿੱਖਾਂ ਨਾਲ ਗੱਲ ਕੀਤੀ ਹੈ? ਤੁਸੀਂ ਮਹਾਰਾਣੀ ਸਾਹਿਬ ਨਾਲ ਗੱਲ ਕੀਤੀ ਹੈ? ਕਦੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਹੈ ਕਿ ਸਿਰਫ ਸ਼ਾਹ ਨਾਲ ਕੀਤੀ ਹੈ ਤੇ ਮੋਦੀ ਨਾਲ ਕੀਤੀ ਹੈ? ਆਈ ਮੀਨ ਟੂ ਸੇ ਹੀ ਇਜ਼ ਅ ਫੈਮਿਲੀ ਮੈਨ। ਦੈਟ ਕੁਐਸਚਨ ਮਸਟ ਬੀ ਆਸਕਡ ਕਿ ਕਦੇ ਤੁਸੀਂ ਆਪਣੇ ਘਰਦਿਆਂ ਨਾਲ ਵੀ ਗੱਲ ਕੀਤੀ ਹੈ ਕਿ ਨਹੀਂ? ਜਿਹੜਾ ਘਰ ਦਾ ਨਾ ਹੋਊਗਾ ਤੇ ਉਹ ਘਾਟ ਦਾ ਕੀ ਹੋਊਗਾ? ਰੰਧਾਵਾ ਸਾਹਿਬ ਜੋ ਡਿਪਟੀ CM ਨੇ ਉਹ ਲਗਾਤਾਰ ਕਹਿ ਰਹੇ ਆ ਕਿ ਬਾਦਲਾਂ ਨੂੰ ਸਜ਼ਾ ਦਿਓ ਬਰਗਾੜੀ ਜੋ ਕਾਂਡ ਹੋਇਆ ਸੀਗਾ, ਪਰ ਚੰਨੀ ਸਾਹਿਬ ਹਜੇ ਚੁੱਪ ਨੇ ਇਸ ਮਸਲੇ ਦੇ ਉੱਪਰ। ਬਰਗਾੜੀ ਦੇ ਵਿੱਚ ਫੇਰ ਤੋਂ ਮੋਰਚਾ ਲਾ ਲਿਆ। ਜੋ ਵਿਕਟਮ ਹੈ ਉਹਨਾਂ ਦੇ ਪਰਿਵਾਰ ਵੱਲੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਦੇਖੋ, ਕੱਲ ਤੋਂ ਉਹਨਾਂ ਨੇ ਲਗਾਇਆ ਹੈ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਨਸਾਫ ਮਿਲੂਗਾ? ਚੰਨੀ ਸਾਹਿਬ ਨੂੰ ਮੈਂ ਮਿਲਿਆ, ਉਹਨਾਂ ਨੂੰ ਮੈਮੋਰੈਂਡਮ ਦਿੱਤਾ ਹੈ। ਇਹ ਸਾਰਾ ਜਿਹੜੀ ਬੇਅਦਬੀ ਹੋਈ ਹੈ ਉਹਦੇ ਬਾਰੇ ਲਿਖ ਕੇ ਦਿੱਤਾ ਹੈ ਤੇ ਉਹ ਕਹਿੰਦੇ ਅਸੀਂ ਬਿਲਕੁਲ ਐਕਸ਼ਨ ਲਵਾਂਗੇ ਤੇ ਕਰ ਰਹੇ ਹੈ। ਤੇ ਉਹਨਾਂ ਨੂੰ ਇਹ ਵੀ ਲਿਖ ਕੇ ਦਿੱਤਾ ਸੀ ਜਿਹੜਾ 25 ਸਾਲਾਂ ਤੋਂ ਸਿੱਖ ਕੈਦੀ ਬੈਠੇ ਹੈ ਉਹਨਾਂ ਨੂੰ ਵੀ ਛਡਾਓ, ਤੇ ਉਹ ਪ੍ਰੋਸੈਸ ਸ਼ੁਰੂ ਹੋ ਗਿਆ। ਸੋ ਮੇਰਾ ਮਤਲਬ ਹੈ ਕਿ ਐ ਨਹੀਂ ਕਹਿ ਸਕਦੇ ਕਿ ਚੰਨੀ ਸਾਹਿਬ ਬੋਲਦੇ ਨਹੀਂ। ਉਹਨਾਂ ਦੇ ਮਨ ਦੇ ਵਿੱਚ ਹੈਗਾ। ਕਿਸੇ ਵੀ ਚੀਫ ਮਿਨਿਸਟਰ ਦੇ ਮਨ 'ਚ ਹੋ ਮੈਂ ਅਗਲੀ ਵਾਰੀ ਵੀ ਚੀਫ ਮਿਨਿਸਟਰ ਬਣਨਾ ਹੈ, ਤੇ ਮੁੱਦਾ ਤਾਂ ਧਰਮ ਦਾ ਹੈ ਤੇ ਬੇਅਦਬੀ ਦਾ ਹੈ ਤੇ ਸਿੱਖ ਪ੍ਰਿਜ਼ਨਰਸ ਦਾ ਹੈ ਤੇ ਸਿੱਖਾਂ ਦੇ ਨਾਲ ਜਿਹੜੀ ਬਰਬਾਦੀ ਹੋਈ ਆ ਉਹ ਹੈ। ਜਦੋਂ ਉਹਨਾਂ ਦੇ ਮਨ ਦੇ ਵਿੱਚ ਹੋਊਗਾ ਤੇ ਫਿਰ ਉਹ ਤਾਂ ਬੋਲ ਤਾਂ ਰਹੇ ਆ। ਇਹ ਇੰਨੇ ਬੰਦੇ ਬਾਹਰ ਕਿਵੇਂ ਆ ਗਏ ਅੱਜ ਜਿਹੜੇ 25 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਸੀਗੇ? ਸਾਡੇ ਮੈਮੋਰੈਂਡਮ ਨੇ ਕੁਛ ਨਾ ਕੁਛ ਤਾਂ ਅਚੀਵ ਕੀਤਾ। ਤੇ
ਜਿਹੜੇ ਇਹ ਬੰਦੇ ਹੈ ਇਹਨਾਂ ਦੀ ਫੜਨ ਦੇ ਵਿੱਚ ਘਾਟ ਰਹੀ ਹੋਈ ਹੈ ਤੇ ਹੁਣ ਚੰਗਿਆੜਿਆਂ ਵਰਗਣ ਜਿਹੜਾ ਅੱਜ 167 ਦਿਨ ਹੋ ਗਏ ਹੈ ਕਿ ਬਰਗਾੜੀ ਦਾ ਮੋਰਚਾ ਚੱਲ ਰਿਹਾ ਹੈ ਤੇ ਚੰਗਿਆੜਿਆਂ ਵਰਗਣ ਫੈਲ ਰਿਹਾ ਹੈ ਦੁਨੀਆ ਦੇ ਵਿੱਚ। ਹੁਣ ਉੱਥੇ ਸੁਖਰਾਜ ਸਿੰਘ ਜੀ ਬੈਠ ਗਏ ਹੈ ਧਰਨੇ ਦੇ ਵਿੱਚ, ਹਾਂ, ਤੇ ਅੰਮ੍ਰਿਤਸਰ ਦੇ ਵਿੱਚ ਵੀ ਮੋਰਚਾ ਲੱਗਣ ਲੱਗਿਆ। 328 ਸਰੂਪ ਜਿਹੜੇ ਮਹਾਰਾਜ ਦੇ SGPC ਨੇ ਵੇਚਦੇ ਹੈ, ਗੁੰਮ ਕਰਦੇ ਹੈ, ਕੀ ਕੀਤਾ ਉਹ ਸਾਰਾ ਹੋ ਰਿਹਾ। ਚੰਨੀ ਸਾਹਿਬ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਹੁਣ ਤੱਕ? ਸਾਨੂੰ ਤਾਂ ਇਹੀ ਹੈ ਕਿ ਜੀ ਇਹ ਬਾਦਲ ਨੂੰ, ਸੁਖਬੀਰ ਸਿੰਘ ਤੇ ਸੈਣੀ ਨੂੰ ਤੇ ਜਿਹੜਾ ਬਾਬਾ ਹੈਗਾ ਸਰਸੇ ਵਾਲਾ ਰਾਮ ਰਹੀਮ, ਇਹਨਾਂ ਨੂੰ ਫੌਰਨ ਅਰੈਸਟ ਕਰਕੇ ਚਲਾਨ ਇਹਨਾਂ ਦਾ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ। ਤੇ 3 ਜਿਹੜੇ ਜੱਜ ਹੈ ਜਿਨ੍ਹਾਂ ਦੇ ਮੈਂ ਨਾਂ ਲਏ ਹੈ, ਸ਼ੇਖਵਤ, ਸਾਗਵਾਨ, ਬਾਜਾਜ, ਇਹਨਾਂ ਦੀ ਇੰਪੀਚਮੈਂਟ ਦੇ ਲਈ ਮਤਾ ਪਾਸ ਅਸੈਂਬਲੀ ਦੇ ਵਿੱਚ ਕਰਾ ਕੇ ਪਾਰਲੀਮੈਂਟ ਨੂੰ ਭੇਜਣਾ ਚਾਹੀਦਾ ਹੈ। ਬਿਲਕੁਲ ਸਰ, ਤੁਸੀਂ ਅੱਜ 43 ਜਿਹੜੇ ਕੈਂਡੀਡੇਟਸ ਆਪਣੇ ਉਹ ਐਲਾਨੇ ਹੈ। 117 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਲੈਕਸ਼ਨ ਲੜੇਗਾ ਜਾਂ ਅਲਾਈਅੰਸ ਕਿਸੇ ਦੇ ਨਾਲ ਹੋ ਸਕਦਾ ਤੁਹਾਡਾ? ਸਾਡੇ ਨਾਲ ਨਹੀਂ ਕੋਈ ਅਲਾਈਨਮੈਂਟ ਕਰਦਾ, ਕਿਉਂ ਕਰਕੇ ਤੁਹਾਨੂੰ ਪਤਾ ਹੈ ਹਿੰਦੂਆਂ ਦਾ ਵੇਦ ਹੈਗਾ ਮਨੂ ਸਮ੍ਰਿਤੀ, ਉਹਦੇ ਵਿੱਚ 4 ਜਾਤਾਂ ਹੈਗੀਆਂ ਤੇ ਸਾਨੂੰ ਸਿਆਸਤ ਦੇ ਵਿੱਚ ਚੌਥੀ ਪੌੜੀ ਸਮਝਿਆ ਜਾਂਦਾ ਹੈ ਕਿ ਇਹ ਸ਼ੂਦਰ ਲੋਕ ਨੇ, ਇਹਨਾਂ ਦੇ ਨਾਲ ਨਹੀਂ ਅਸੀਂ ਗੱਲਬਾਤ ਕਰਨੀ। ਉਹ ਤਾਂ ਸਾਰੇ BJP ਨਾਲ ਬਾਦਲ ਕਰੀ ਜਾਂਦਾ, ਦੱਸੋ, ਤੇ ਢੀਂਡਸਾ ਸਾਹਿਬ ਤੇ ਸਾਰੇ ਕਦੇ BJP ਨਾਲ, ਕਦੇ ਆਮ ਪਾਰਟੀ ਨਾਲ, ਤੇ ਉਹ ਸਾਡੇ ਸਿੱਖਾਂ ਨਾਲ ਤਾਂ ਖਰੀ ਨੇ ਗੱਲ ਰਹੇ। ਸੋ ਇਹਨਾਂ ਦੀ ਇੰਟੈਂਸ਼ਨ ਦੇਖੋ ਕਿ ਅਸੀਂ ਸਾਰਾ ਪਿੰਡ ਮਰ ਜੇ ਪਰ ਸਿਮਰਨਜੀਤ ਸਿੰਘ ਮਾਨ ਨਾਲ ਸੁਲ੍ਹਾ ਨਹੀਂ ਕਰਨੀ, ਬਸ ਉਹਨੂੰ ਲੰਬਰਦਾਰ ਤੁਸੀਂ ਕਿੱਥੋਂ ਇਲੈਕਸ਼ਨ ਲੜੋਗੇ? ਤੁਸੀਂ ਨਹੀਂ ਅਜੇ ਅਨਾਉਂਸ ਕੀਤਾ ਆਪਣਾ? ਉਹ ਦੇਖਾਂਗੇ ਜਦੋਂ ਬਾਕੀ ਕੋਈ ਪ੍ਰੋਪਰ ਤੁਹਾਡੇ ਮਾਈਂਡ ਦੇ ਵਿੱਚ ਹੋਵੇ ਮੈਂ ਇੱਥੋਂ ਨਹੀਂ, ਅਜੇ ਨਹੀਂ ਮੇਰੇ ਮਾਈਂਡ 'ਚ ਹੈਗਾ। ਅਜੇ ਮੈਂ ਸਪੋਰਟ ਕਰੂੰਗਾ ਸਾਰੇ ਕੈਂਡੀਡੇਟਸ ਪਰ ਨੂੰ। ਇਲੈਕਸ਼ਨ ਤਾਂ ਲੜੋਗੇ ਨਾ? ਪਤਾ ਨਹੀਂ, ਮੈਨੂੰ ਨਹੀਂ ਪਤਾ ਹੈਗਾ। ਨੋ, ਆਈ ਡੋਂਟ ਨੋ। CM ਚਿਹਰਾ ਕੌਣ ਹੋਣਗੇ ਤੁਹਾਡੀ ਪਾਰਟੀ ਦਾ? CM ਜਿਹੜੀ ਪਾਰਟੀ ਚਾਹੂਗੀ, ਪਰ ਜੇ ਮੈਨੂੰ ਪੁੱਛੋ ਮੈਂ ਤਾਂ ਚੀਫ ਮਿਨਿਸਟਰ ਦੇ ਯੋਗ ਨਹੀਂ, ਮੈਂ ਪ੍ਰਾਈਮ ਮਿਨਿਸਟਰ ਬਣ ਸਕਦਾ, ਖਾਲਿਸਤਾਨ ਦਾ ਚੀਫ ਮਿਨਿਸਟਰ ਨਹੀਂ। ਥੈਂਕ ਯੂ ਸੋ ਮਚ ਸਰ। ਸੋ ਇਹ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ। ਬਠਿੰਡਾ ਤੋਂ ਪ੍ਰੋ ਪੰਜਾਬ TV ਦੇ ਲਈ ਆਕਾਂक्षा ਸਕਸੈਨਾ।